ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੈਂ ਭਾਏ। ਮਨ ਤਉ ਮੈਗਲ ਹੋਏ ਰਹਾ, ਨਿਕਸਿਆ ਕਿਉ ਕਰ ਜਾਏ। ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਮੁਕਤ ਦੁਆਰਾ ਮੋਕਲਾ, ਸਹਜੇ ਆਵੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਗੂਜਰੀ ਕੀ ਵਾਰ ਦੀ ਵਿਚਾਰ, ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਨ ਕੀਤਾ ਹੈ, ਇਹ ਚੌਥੀ ਪੌੜੀ ਦੇ ਨਾਲ ਲੱਗਾ ਹੋਇਆ ਪਹਿਲਾ ਸ਼ਲੋਕ, ਜੋ ਭਗਤ ਕਬੀਰ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਪੌੜੀ ਦੇ ਨਾਲ ਦੋ ਸ਼ਲੋਕ ਨੇ। ਇੱਕ ਸ਼ਲੋਕ ਕਬੀਰ ਸਾਹਿਬ ਦਾ ਹੈ, ਦੂਸਰਾ ਗੁਰੂ ਅਮਰਦਾਸ ਜੀ ਦਾ ਹੈ। ਦੋਨਾਂ ਸ਼ਲੋਕਾਂ ਦਾ ਭਾਵ ਕੇਵਲ ਤੇ ਕੇਵਲ ਮੁਕਤੀ ਹੈ। ਅੱਜ ਇਸ ਸ਼ਲੋਕ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਕਬੀਰ, ਮਨੁੱਖ ਚਾਹੁੰਦਾ ਹੈ ਕਿ ਮੈਨੂੰ ਮੁਕਤੀ ਮਿਲ ਜਾਵੇ। ਕਹਿਣ ਲੱਗੇ ਪਰ ਉਹ ਮੁਕਤੀ ਦੇ ਘਰ ਪਹੁੰਚਦਾ ਨਹੀਂ, ਕਿਉਂਕਿ ਜਿਹੜਾ ਦਰਵਾਜ਼ਾ ਲੱਗਾ ਹੋਇਆ ਹੈ ਨਾ ਅੱਗੇ, ਉਹ ਬਹੁਤ ਜ਼ਿਆਦਾ ਛੋਟਾ ਹੈ। ਤੇ ਕਹਿਣ ਲੱਗੇ ਦਰਵਾਜ਼ਾ ਛੋਟਾ, ਜਿਹੜਾ ਸਾਡਾ ਮਨ ਹੈ, ਇਹ ਹਾਥੀ ਦੀ ਨਿਆਈ ਬਹੁਤ ਜ਼ਿਆਦਾ ਵੱਡਾ ਹੈ। ਬਰੀਕ ਜੇ ਦਰਵਾਜ਼ੇ ਦੇ ਵਿੱਚੋਂ ਐਡਾ ਵੱਡਾ ਹਾਥੀ ਕਿਵੇਂ ਨਿਕਲ ਸਕਦਾ ਹੈ? ਮਨੁੱਖ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਹੈ, ਮੁੱਖ ਮੋਹ ਦੇ ਵਿੱਚ, ਮਮਤਾ ਦੇ ਵਿੱਚ ਫਸਿਆ ਹੋਇਆ ਹੈ। ਇਹ ਫਸਿਆ ਹੋਇਆ ਜੀਵ ਰੱਬ ਤੱਕ ਕਿਵੇਂ ਪਹੁੰਚ ਸਕਦਾ, ਕਿਵੇਂ ਮੁਕਤੀ ਤੱਕ ਪਹੁੰਚੇਗਾ? ਇਹ ਅੱਜ ਦੇ ਇਸ ਸ਼ਲੋਕ ਦਾ ਭਾਵ ਹੈ। ਪਰ ਮੈਂ ਥੋੜ੍ਹੀ ਜਿਹੀ ਨਾਲ ਬੇਨਤੀ ਕਰ ਦੇਵਾਂ, ਮੁਕਤੀ ਹੈ ਕੀ ਅਸਲ ਦੇ ਵਿੱਚ? ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਭਾਈ ਨਾਮ ਜਪੋ ਮੁਕਤੀ ਮਿਲੇਗੀ, ਬਾਣੀ ਪੜ੍ਹੋ ਮੁਕਤੀ ਮਿਲੇਗੀ। ਥੋੜ੍ਹਾ ਜਿਹਾ ਤੁਸੀਂ ਪਿੱਛੇ ਚਲੇ ਜਾਓ, ਆਮ ਇਹ ਗੱਲ ਕਹੀ ਜਾਂਦੀ ਸੀ, ਦਾਨ ਪੁੰਨ ਕਰੋ ਮੁਕਤੀ ਮਿਲੇਗੀ। ਪਰ ਅੱਜ ਦਾ ਜਿਹੜਾ ਸਾਡਾ ਨੌਜਵਾਨ ਹੈ, ਉਹ ਇੱਕ ਗੱਲ ਸੋਚਦਾ ਕਿ ਮੁਕਤੀ ਮਿਲਣੀ ਕਾਹਦੇ ਤੋਂ ਹੈ? ਮੁਕਤੀ ਦਾ ਅਰਥ ਕੀ ਹੈ? ਜਦੋਂ ਮੈਂ ਇਹ ਸ਼ਲੋਕ ਪੜ੍ਹਿਆ ਸੀ ਨਾ ਦਿਨੇ, ਤੇ ਮੈਂ ਮਨ 'ਚ ਸੋਚਦਾ ਸਾਂ ਇਹਦੇ ਅਰਥ ਕੀ ਕਰਾਂ। ਅੱਖਰੀ ਅਰਥ ਕਰਕੇ ਮੈਂ ਨਿਕਲ ਜਾਵਾਂਗਾ, ਆਪ ਨੂੰ ਅਰਥ ਸਮਝ ਵੀ ਪੈ ਜਾਣਗੇ, ਪਰ ਉਹ ਸਵਾਲ ਕਿਤੇ ਨਾ ਕਿਤੇ ਸਾਡੇ ਮਨ 'ਚ ਉੱਥੇ ਰਵੇਗਾ ਕਿ ਮੁਕਤੀ ਹੈ ਕੀ? ਇਹ ਚੱਕਰ ਪੈਂਦਾ ਕਿੱਥੋਂ ਹੈ? ਕਿਉਂਕਿ ਇੱਕ ਡਾਕਟਰ ਇਲਾਜ ਤਾਂ ਹੀ ਕਰੇਗਾ ਨਾ ਵੀ ਜੇ ਬਿਮਾਰੀ ਦੀ ਜੜ੍ਹ ਦਾ ਪਤਾ ਲੱਗੇਗਾ ਵੀ ਬਿਮਾਰੀ ਪੈਦਾ ਕਿੱਥੋਂ ਹੋਈ ਹੈ। ਜਿੰਨਾ ਚਿਰ ਬਿਮਾਰੀ ਦੀ ਜੜ੍ਹ ਤੱਕ ਨਹੀਂ ਨਾ ਪਹੁੰਚਿਆ ਜਾ ਸਕਦਾ, ਉਹਨਾਂ ਚਿਰ ਤੱਕ ਜਿਹੜਾ ਇਲਾਜ ਹੈ ਉਹ ਸਫਲਪੂਰਵਕ ਨਹੀਂ ਹੋ ਸਕਦਾ। ਮੁਕਤੀ ਦੇ ਬਾਰੇ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਾਂ ਬਾਕੀ ਵੀ ਧਾਰਮਿਕ ਗ੍ਰੰਥਾਂ ਨੇ ਬਿਆਨ ਕੀਤਾ ਹੈ। ਅਸੀਂ ਬੜੀ ਵਾਰੀ ਮੁਕਤੀ ਬਾਰੇ ਸੁਣਿਆ ਵੀ ਹੈ, ਪਰ ਕਿਤੇ ਨਾ ਕਿਤੇ ਇਹ ਮਨ ਦੇ ਵਿੱਚ ਵੱਜਦਾ ਸਵਾਲ ਕਿ ਇਹ ਪੈਦਾ ਕਿੱਥੋਂ ਹੁੰਦੀ ਹੈ। ਮੇਰੇ ਬੈਠਿਆਂ ਹੀ ਹੁਣ ਮਨ 'ਚ ਆਇਆ ਕਿ ਇਹ ਮੁਕਤੀ ਪੈਦਾ ਕਿੱਥੋਂ ਹੁੰਦੀ ਹੈ, ਅਸਲੀ ਇਹਦਾ ਕਾਰਨ ਕੀ, ਜੜ ਕੀ ਹੈ। ਮੈਂ ਤੁਹਾਡੇ ਨਾਲ ਉਹਦੀ ਸਾਂਝ ਪਾ ਦਿੰਦਾ। ਪਹਿਲਾਂ ਥੋੜ੍ਹੀ ਜਿਹੀ ਫਿਲਾਸਫੀ ਹੋਵੇਗੀ, ਮੈਂ ਬਹੁਤ ਸੌਖੀ ਕਰਕੇ ਤੁਹਾਨੂੰ ਸਮਝਾਵਾਂਗਾ।
पर फिर भी बड़े ध्यान दे नाल सुनियो, ध्यान इधर उधर ना भटके। सब तो पहला जदों असी फिलोसफी फोलते हैं ना, जिहड़ा शब्द हुंदा उहदे अर्थ वेखे जाते हैं। मुक्ति का अर्थ है जी खलासी, आज़ादी। किसी चीज़ तो बंद खलासी हो जानी, या सौखा कह देवां आज़ाद हो जाना, उन्होंने मुक्ति कहा गया है। हुण आज़ादी जिहड़ी वो कई तरह की हुंदी है। सरीरक आज़ादी, मानसिक आज़ादी अते धार्मिक आज़ादी। सब तो पहला सरीरक आज़ादी के तौर पर असी देखते हैं, जे असी अपने घर परिवार दे विच घूम फिर रहे हैं, हस खेड रहे हैं, सानू कोई नोक टोक नहीं, असी सरीरक तौर पर आज़ाद हाँ। ये सरीरक आज़ादी है। कुछ विचारे जेलों के विच बैठे हुए ने, वो आज़ाद नहीं सरीरक तौर पर। इस करके आपां जिन्ने भी बैठे हैं ये सरीरक तौर पर आज़ाद है, असी अपनी मर्जी नाल आ जा सकते हैं। दूसरी हुंदी है जिहड़ी वो मानसिक आज़ादी। साडा मन जिहड़ा ख्यालों तो, साडा मन फुरनियां तो, साडा मन लोक लज्जा तो जिस दिन आज़ाद हो गया, उन्होंने मानसिक आज़ादी कहा जाता है। पर यह बहुत घट लोगों के कोल है जी मानसिक आज़ादी। सरीरक तौर पर असी आज़ाद हाँ, पर मानसिक तौर पर साडे गल दे विच अज भी गुलामी पई हुई है। मुश्किल इस गल दी है, शरीर जेल दे विच होवे, शरीर कैद दे विच होवे, वो सारियां नूं नज़र आउंदा है, पर जिहड़ा साडा मन है वो नज़र ही नहीं आउंदा, ते ओहदी गुलामी कित्थों नज़र आवेगी सानूं। मैनूं याद है काफ़ी समा पहलां मैं एक बार इत्थे फैशन ते बोलिया सा, उदों आसा दी वार दी कथा चलदी सी। वो मेरा क्लिप अजे भी 10 मिनट का यूट्यूब ते पिया होना है कि फैशन जिहड़ा है वो साडे मन का चाहे या मानसिक गुलामी है। मैं वो गल्लां रिपीट नहीं करनियां, पर एक गल याद रखियो, असी बहुत थावां दे उत्ते मानसिक तौर पर इन्ने को गुलाम हो गए हैं, सानूं पता ही नहीं लगता कि असी आज़ाद कदों होए ते असी गुलाम कदों होए। अज बहुत साडियां परंपरावां जिहड़ियां साडा ये गुलामी का प्रतीक सी, अज असी उहनूं आज़ादी दे विच मना रहे हैं। अज साडे बहुत सारे रीति रिवाज जिहड़े गुलामी का प्रतीक सी, उहनूं असी आज़ाद समझी बैठे हुए हैं। अज इहो जिहियां बहुत सारियां धारावां जिहड़ियां ने वो जिहड़ियां गुलामी तो शुरू होईयां सन, असी उहनूं आज़ादी दे विच मना रहे हैं। मैं एक दो दी हिंट दे देना। जिवें मैं अक्सर कहना हुन्ना, जिहड़े साडियां भैणां गहणे पाउंदियां ने, कंन छिदक नक छिदक, ये गुलामी तो शुरू होए सन। अज ये एक बीबी दे तन का शिंगार बनिया होया है। उस तो बाद याद रखियो, जिहड़ा साडा जीवन चलदा है, जीवन दे विच भी बहुत सारियां जिहड़ियां इहो जिहियां साडे पहलू ने, जिन्हां दा मूल भाव जिहड़ा वो गुलामी तो प्रतीक सी। जिवें पुराने समयां दे विच लोकां दे मत्थे दे उत्ते दाग हुंदा सी, वो गुलामी का प्रतीक सी। अज टिक्के आ गए। सो इस तरह दियां बहुत सारियां चीज़ां जान लगे अंग्रेज सानू सरीरक तौर पर आज़ाद करके, पर उन्हां दी मानसिक आज़ादी अज भी साडे गलां दे विच पई हुई है। किते मेरे को खुला समा होया ना किते साडे करैक्टर बारे बोलण दा, ते एक गल याद रखियो, आ जिहड़ी मैं पग बद्धी है ना सिर ते, ये भी अंग्रेज़ां दी देन है। इनू जिन्हों तुसी 50 कहिंदे जी, ये भी अंग्रेज़ां दी देन है, क्योंकि पिछे जे टॉपिक चलिया सी कोट पैंट का। जिहड़ी तुसी टाई लाउंदे जी, ये भी अंग्रेज़ां दी देन है। बहुत सारियां चीज़ां जिहड़ियां ने वो अज सानू फैशन पईयां जापदियां ने, वो साडियां अपणियां नहीं। इत्थों तक जिहड़ा गुरु घर का निशान साहब है, जिहदा अजकल बड़ा सोशल मीडिया ते रौला पै रहा है, ये भी गुलामी का निशानी है। जिहड़ा आज़ादी वाला निशान सी साडा, वो भी अज साडे सामने नहीं है। किते तुसी निशान साहब की शेप देखना, इहदी शेप उपरों टेढ़ी है ते थल्लियों सीधी है, ये इस तरह है। पर जिहड़ा साडा अपना निशान सी, वो इस तरह से उपरों सीधा सी, थल्लियों टेढ़ा सी, उहदे नाल एक फरला बज्जा हुंदा सी।
ਅੱਜ ਤੁਹਾਨੂੰ ਬੜੀਆਂ ਫੋਟੋਆਂ ਮਿਲ ਜਾਣਗੀਆਂ ਸੋਸ਼ਲ ਮੀਡੀਆ ਦੇ ਉੱਤੇ, ਇਹ ਵੀ ਸਾਡਾ ਗੁਲਾਮੀ ਦੇ ਵਿੱਚ ਹੀ ਰਹਿ ਗਿਆ, ਅਸੀਂ ਇਹਨੂੰ ਵੀ ਆਜ਼ਾਦ ਨਾ ਕਰ ਸਕੇ। ਸਾਡੇ ਗੁਰੂ ਘਰਾਂ ਦੇ ਵਿੱਚ ਪਏ ਹੋਏ ਨਾਰੀਅਲ ਉਹ ਅਜੇ ਵੀ ਉਹਨਾਂ ਚੀਜ਼ਾਂ ਦੀ ਹੀ ਪ੍ਰਤੀਕ ਨੇ। ਗੁਰੂ ਘਰਾਂ ਦੇ ਵਿੱਚ ਵੱਜੀਆਂ ਹੋਈਆਂ ਮੌਲੀਆਂ ਨਾਰੀਅਲਾਂ ਨੂੰ ਰੱਖਿਆ ਹੋਇਆ ਪਾਣੀ ਜਿਹੜਾ ਉਹ, ਇਹ ਸਾਰਾ ਕੁਝ ਮਾਨਸਿਕ ਹੀ ਗੁਲਾਮੀ ਦਾ ਰੂਪ ਹੈ। ਅਸੀਂ ਸਮਝਦੇ ਅਸੀਂ ਆਜ਼ਾਦ ਬੈਠੇ ਹਾਂ, ਬਿਲਕੁਲ ਆਜ਼ਾਦ ਨਹੀਂ ਹੈਗੇ। ਸਾਡਾ ਮਨ ਅੱਜ ਵੀ ਗੁਲਾਮ ਹੈ। ਸਿਰਫ ਮੈਂ ਹਿੰਟ ਦਿੱਤਾ, ਇਹ ਇੱਕ ਵੱਖਰਾ ਵਿਸ਼ਾ ਹੈ ਕਿ ਮਾਨਸਿਕ ਗੁਲਾਮੀ ਕਿਹਨੂੰ ਕਹਿੰਦੇ ਨੇ। ਮੈਂ ਇਹ ਤਾਂ ਥੋੜ੍ਹਾ ਜਿਹਾ ਸਮਝਾਇਆ ਕਿ ਮਨ ਤੋਂ ਗੁਲਾਮੀ ਨੂੰ ਹਟਾ ਦੇਣਾ ਵੀ ਇੱਕ ਮੁਕਤੀ ਹੈ, ਉਹ ਅਸੀਂ ਬਹੁਤਾ ਹਟਾ ਨਹੀਂ ਸਕੇ। ਤੀਸਰਾ ਸ਼ਬਦ ਮੈਂ ਵਰਤਿਆ ਸੀ ਧਾਰਮਿਕ ਆਜ਼ਾਦੀ, ਧਾਰਮਿਕ ਮੁਕਤੀ। ਯਾਦ ਰੱਖਿਓ, ਅੱਜ ਬਹੁਤ ਸਾਰੇ ਕਰਮ ਸਾਡੇ ਇਹੋ ਜਿਹੇ ਨੇ, ਜਿਹੜੇ ਧਰਮ ਨੇ ਸਾਨੂੰ ਆਜ਼ਾਦੀ ਦੇਣੀ ਸੀ, ਉਹੀ ਉਹ ਧਰਮ ਸਾਡੇ ਵਾਸਤੇ ਬੰਧਨ ਬਣ ਕੇ ਬੈਠਾ ਹੋਇਆ ਹੈ। ਮਾਫ਼ ਕਰਨਾ, ਕਈ ਧਰਮਾਂ ਦੇ ਵਿੱਚ ਸੁੰਨਤ ਕੀਤੀ ਜਾਂਦੀ ਹੈ, ਰੋਜ਼ੇ ਰੱਖੇ ਜਾਂਦੇ ਨੇ, ਵਰਤ ਰੱਖੇ ਜਾਂਦੇ ਨੇ, ਮੂਰਤੀ ਨੂੰ ਪੂਜਿਆ ਜਾਂਦਾ ਹੈ। ਬਹੁਤ ਸਾਰੇ ਇਹੋ ਜਿਹੇ ਕਰਮ ਨੇ। ਬੀਬੀਆਂ ਨੂੰ ਪੁਰਾਣੇ ਸਮੇਂ 'ਚ ਸਤੀ ਕਰ ਦਿੱਤਾ ਜਾਂਦਾ ਸੀ, ਇਹ ਸਾਰੇ ਧਾਰਮਿਕ ਕਰਮ ਸਨ, ਪਰ ਇਹ ਇੱਕ ਗੁਲਾਮੀ ਦੇ ਪ੍ਰਤੀਕ ਨੇ। ਇਹਨਾਂ ਦੇ ਵਿੱਚ ਆਜ਼ਾਦੀ ਵਾਲੀ ਗੱਲ ਕਿੱਥੇ ਸੀ? ਬੰਦਾ ਮਰ ਜਾਂਦਾ ਸੀ, ਬੀਬੀ ਜਿਉਂਦੀ ਨੂੰ ਸੁੱਟ ਦਿੰਦੇ ਸੀ, ਤੇਰਾ ਧਰਮ ਹੈ ਤੂੰ ਸਤੀ ਹੋ ਜਾ। ਇਹ ਕਿਹੋ ਜਿਹਾ ਧਰਮ ਹੈ? ਜਿੰਦੀ ਜਨਾਨੀ ਤੁਸੀਂ ਫੜ ਕੇ ਸਾੜਦੇ ਹੋ। ਇਹ ਕਿਤੇ ਨਾ ਕਿਤੇ ਸਾਡੀ ਧਾਰਮਿਕ ਜਿਹੜੀ ਹੈ ਉਹ ਗੁਲਾਮੀ ਸੀ। ਅਸੀਂ ਧਰਮ ਦੇ ਉੱਤੇ ਵੀ ਮੁਕਤ ਨਾ ਹੋ ਸਕੇ। ਇਹ ਕੁਝ ਮੁਕਤੀਆਂ ਜਿਹੜੀਆਂ ਮੇਰੇ ਸਾਹਮਣੇ ਆਈਆਂ, ਮੈਂ ਬਿਲਕੁਲ ਸ਼ਾਰਟ ਦੇ ਵਿੱਚ ਚੱਲ ਰਿਹਾ ਤੁਹਾਡੇ ਨਾਲ ਸਾਂਝ ਪਾਈ ਹੈ। ਜਦੋਂ ਧਾਰਮਿਕ ਮੁਕਤੀ ਦੀ ਗੱਲ ਕਰਦੇ, ਫਿਰ ਜਿਹੜੇ ਧਰਮ ਦੇ ਲੋਕ ਨੇ ਉਹਨਾਂ ਨੇ ਇਹਦੀ ਵੱਖਰੀ ਡੈਫੀਨੇਸ਼ਨ ਲਈ ਹੈ। ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਨਾ ਮਹਾਨ ਕੋਸ਼ ਦੇ ਵਿੱਚ ਜਿਹੜਾ ਇਹ ਮੁਕਤੀ ਦੇ ਅਰਥ ਉਹਨਾਂ ਨੇ ਪਹਿਲੇ ਨੰਬਰ ਤੇ ਕੀਤੇ ਜੀ, ਖਲਾਸੀ, ਆਜ਼ਾਦੀ। ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ 10 ਭਾਗ ਲਏ ਵੱਖੋ ਵੱਖ ਧਰਮਾਂ ਦੇ ਉੱਤੇ। ਉਹਨਾਂ ਨੇ ਇਹ ਗੱਲ ਦੱਸੀ ਵੀ ਜੈਨ ਮਤ ਕੀ ਕਹਿੰਦਾ ਹੈ, ਬੁੱਧ ਮਤ ਕੀ ਕਹਿੰਦਾ, ਈਸਾਈਅਤ ਕੀ ਕਹਿੰਦੀ ਹੈ, ਇਸਲਾਮ ਕੀ ਕਹਿੰਦੀ ਹੈ, ਹਿੰਦੂ ਮਤ ਕੀ ਕਹਿੰਦੀ ਹੈ, ਸਿੱਖ ਮਤ ਮੁਕਤੀ ਨੂੰ ਕੀ ਕਹਿੰਦਾ ਹੈ। ਇਹ ਇੱਕ ਬੜਾ ਲੰਮਾ ਵਿਸ਼ਾ ਹੋ ਜਾਏਗਾ, ਵੱਖੋ ਵੱਖ ਧਰਮਾਂ ਦੇ ਉੱਤੇ ਮੁਕਤੀ। ਇਹ ਮੇਰੇ ਖਿਆਲ 'ਚ ਜਿਹੜੇ ਮਾਸਟਰ ਕਰਨਗੇ ਜਾਂ PhD ਕਰਨਗੇ, ਇਹ ਉਹਨਾਂ ਦਾ ਵਿਸ਼ਾ ਜਦੋਂ ਅਸੀਂ ਗੁਰਬਾਣੀ 'ਚ ਚੱਲਦੇ ਹਾਂ। ਪਰ ਇੱਕ ਗੱਲ ਯਾਦ ਰੱਖਿਓ, ਇਹ ਗੁਰਮਤ ਮੁਕਤੀ ਨੂੰ ਸਿਰਫ ਮੈਂ ਸੌਖਾ ਕਰ ਦੇਣਾ। ਆਪਾਂ ਗੁਰੂ ਘਰ 'ਚ ਬੈਠੇ ਹਾਂ, ਗੁਰਮਤ ਦੇ ਮੁਤਾਬਕ ਮੁਕਤੀ ਇਹ ਹੈ ਜੀ, ਤੁਸੀਂ ਨਾਮ ਬਾਣੀ ਦਾ ਅਭਿਆਸ ਕਰੋ, ਹਉਮੈ ਨੂੰ ਛੱਡ ਕੇ ਹਿਰਦਾ ਜਿਹੜਾ ਸੁਹਿਰਦਤਾ ਦੇ ਨਾਲ ਪੁੰਨ ਦਾਨ ਕਰਕੇ ਲੋਕਾਂ ਦੇ ਵਿੱਚ ਭਲਾਈ ਦੇ ਕਰਮ ਕੀਤੇ ਜਾਂਦੇ ਨੇ, ਸੁਰਤ ਰੱਬ ਦੇ ਨਾਲ ਜੁੜਦੀ, ਇਹਨੂੰ ਗੁਰਮਤ ਨੇ ਮੁਕਤੀ ਮੰਨਿਆ ਹੋਇਆ ਹੈ। ਬਾਕੀ ਧਰਮਾਂ ਦੇ ਵਿੱਚ ਮੁਕਤੀ ਬੜੀ ਔਖੀ ਹੈ, ਗੁਰੂ ਘਰ ਦੇ ਵਿੱਚ ਮੁਕਤੀ ਸਭ ਤੋਂ ਜ਼ਿਆਦਾ ਸੌਖੀ ਹੈ। ਤੂੰ ਭਲਿਆ ਕਰਮ ਕਰੀ ਜਾ, ਕਰਮ ਕਰਦਾ ਕਰਦਾ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੋ ਜਾ ਤੇ ਤੈਨੂੰ ਮੁਕਤੀ ਦੀ ਦਾਤ ਮਿਲ ਜਾਵੇਗੀ। ਇਹ ਤੂੰ ਆਜ਼ਾਦ ਹੈ, ਤੂੰ ਮੁਕਤ ਹੈ, ਕੋਈ ਵੱਖਰੀ ਮੁਕਤੀ ਨਹੀਂ ਹੈ। ਕਿਉਂਕਿ ਅੱਜ ਤੱਕ ਇਹ ਗੱਲ ਕਹੀ ਜਾਂਦੀ ਸੀ ਕਿ ਮਰਨ ਤੋਂ ਬਾਅਦ ਮੁਕਤੀ ਮਿਲਣੀ ਹੈ। ਇੱਕ ਆਰਾ ਵੀ ਲੱਗਾ ਹੋਇਆ ਸੀ ਸ਼ਿਵਪੁਰੀ ਜਿਹਨੂੰ ਕਿਹਾ ਜਾਂਦਾ ਸੀ, ਬਨਾਰਸ, ਉੱਥੇ ਇੱਕ ਆਰਾ ਲੱਗਾ ਹੋਇਆ ਸੀ। ਇਹ ਗੱਲ ਕਹੀ ਜਾਂਦੀ ਸੀ ਇਸ ਆਰੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਟਾ ਦਿਓ, ਕੀਮਾ ਕਰਾ ਦਿਓ ਤੇ ਤੁਹਾਨੂੰ ਮੁਕਤੀ ਮਿਲ ਜਾਵੇਗੀ। ਪਰ ਜਿਹੜਾ ਆਪਣੇ ਆਪ ਨੂੰ ਕਟਾਉਂਦਾ ਸੀ ਉਹਦਾ ਸਾਰਾ ਧਨ ਮਾਲ ਸਾਰਾ ਕੁਝ ਪੰਡਿਤ ਨੂੰ ਦਾਨ ਕਰ ਦਿੱਤਾ ਜਾਂਦਾ ਸੀ। ਇੱਥੋਂ ਤੱਕ ਉਹਦਾ ਪਰਿਵਾਰ, ਉਹਦੀ ਜਨਾਨੀ ਵੀ ਦਾਨ ਕਰ ਦਿੱਤੀ ਜਾਂਦੀ ਹੁੰਦੀ ਸੀ। ਆਹ ਸਾਡੇ ਹਿੰਦੁਸਤਾਨ ਦੇ ਹਾਲਾਤ ਨੇ। ਜਦੋਂ ਸਾਰਾ ਕੁਝ ਬ੍ਰਾਹਮਣ ਨੂੰ ਘਰੇ ਬਣਿਆ ਬਣਾਇਆ ਪਰਿਵਾਰ ਮਿਲ ਗਿਆ, ਘਰ-ਬਾਰ ਸਾਰਾ ਕੁਝ ਮਿਲ ਗਿਆ, ਉਹਨੇ ਤੇ ਆਪੇ ਕਹਿਣਾ ਵੀ ਤੂੰ ਮੁਕਤ। ਉਹ ਆਰੇ ਨਾਲ ਚੀਰ ਕੇ ਗਾਂਹ ਜਾਂਦਾ ਸੀ, ਪੰਡਿਤ ਸਾਰਾ ਕੁਝ ਸਾਂਭ ਕੇ ਬੈਠ ਜਾਂਦਾ ਸੀ। ਉਹਨੂੰ ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨਾ ਜਾਵੇ। ਐਦਾਂ ਜੋ ਮਰਜ਼ੀ ਕਰਦਾ, ਫਿਰ ਟੱਬਰ ਆਪਣਾ ਗੁਲਾਮ ਕਰ ਚਲਿਆ, ਆਪ ਆਰੇ ਦੇ ਨਾਲ ਚੀਰ ਗਿਆ। ਇਹ ਕਿੱਥੋਂ ਦੀ ਮੁਕਤੀ ਹੈ? ਇਹਨੂੰ ਭਗਤ ਕਬੀਰ ਸਾਹਿਬ ਹੁਣਾਂ ਨੇ ਵੀ ਕਿਹਾ, ਕਹਿਣਗੇ ਮੂਏ ਹੋਏ ਜਾਓ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਕਹਿੰਦੇ ਮਰਨ ਤੋਂ ਬਾਅਦ ਤੁਸੀਂ ਮੁਕਤੀ ਦੇਣੀ ਹੈ, ਉਹਨੂੰ ਕਿੰਨੇ ਵੇਖਣਾ ਹੈ? ਜੇ ਮੈਨੂੰ ਮੁਕਤੀ ਦੇਣੀ ਹੈ ਤੇ ਜੀਂਦਿਆਂ ਜੀ ਦਿਓ, ਜੇ ਆਜ਼ਾਦ ਕਰਨਾ ਹੈ ਤੇ ਮੈਨੂੰ ਜਿਉਂਦਿਆਂ ਜੀ ਆਜ਼ਾਦ ਕਰੋ। ਗੁਰਮਤ ਕਹਿੰਦੀ ਹੈ ਕਿ ਜੇ ਤੂੰ ਜਿਉਂਦਿਆਂ ਜੀ ਆਜ਼ਾਦ ਹੋਣਾ ਹੈ, ਕੋਈ ਵੱਖਰੀ ਤੇਰੇ ਵਾਸਤੇ ਗੁਲਾਮੀ ਤੇਰੇ ਗਲ 'ਚ ਰੱਸਾ ਨਹੀਂ ਪਿਆ ਵੀ ਤੂੰ ਆਹ ਕਰਮ ਕਰਨਾ ਤੇ ਤਾਂ ਹੀ ਆਜ਼ਾਦ ਹੋਣਾ ਹੈ। ਸਿਰਫ ਗੁਰਮਤ ਇਹ ਗੱਲ ਕਹਿੰਦੀ ਹੈ, ਜਿਵੇਂ ਇੱਕ ਕਮਲ ਦਾ ਫੁੱਲ
ਪਾਣੀ ਦੇ ਵਿੱਚ ਚਿੱਕੜ ਦੇ ਵਿੱਚ ਉੱਗਦਾ ਹੈ ਨਾ, ਉਹ ਚਿੱਕੜ ਦੇ ਵਿੱਚ ਰਹਿ ਕੇ ਵੀ ਚਿੱਕੜ ਨਹੀਂ ਆਪਣੇ ਤੇ ਲੱਗਣ ਦਿੰਦਾ, ਉਹ ਮੁਕਤ ਹੈ। ਇਸੇ ਤਰੀਕੇ ਦੇ ਨਾਲ ਤੂੰ ਸੰਸਾਰ 'ਚ ਰਹਿ, ਪਰਿਵਾਰ 'ਚ ਰਹਿ, ਧੀਆਂ ਪੁੱਤਰਾਂ 'ਚ ਰਹਿ, ਹੱਸ ਖੇਡ ਖਾ ਪੀ ਮੌਜਾਂ ਕਰ, ਸਾਰਾ ਕੁਝ ਕਰਕੇ ਸੁਰਤ ਰੱਬ ਦੇ ਨਾਲ ਜੋੜ ਕੇ ਰੱਖੀ, ਤੂੰ ਮੁਕਤ ਹੈ। ਇਹਨੂੰ ਗੁਰਬਾਣੀ ਨੇ ਮੁਕਤ ਮੰਨਿਆ ਹੈ। ਮੈਂ ਹੁਣ 2-4 ਉਦਾਹਰਨਾਂ ਦੇ ਦਿੰਦਾ। ਪਹਿਲੀ ਇਹ ਬੇਨਤੀ ਕਰ ਦੇਵਾਂ, ਇਹ ਮੁਕਤੀ ਫਿਰ ਪੈਦਾ ਕਿੱਥੋਂ ਹੁੰਦੀ ਹੈ? ਮੁਕਤ ਦੇ ਵਿੱਚ ਬੰਦਾ ਇਸ ਚੀਜ਼ ਦੇ ਵਿੱਚ ਫਸਦਾ ਕਿਵੇਂ ਹੈ? ਅਸਲ ਦੇ ਵਿੱਚ ਜਦੋਂ ਸਾਡਾ ਜੀਵਨ ਤਿਆਰ ਹੁੰਦਾ ਹੈ ਨਾ, ਜੀਵਨ ਤੋਂ ਸਾਡੇ ਕਰਮ ਤਿਆਰ ਹੁੰਦੇ ਨੇ। ਬੰਦੇ ਦਾ ਜਨਮ ਹੋਇਆ, ਜਨਮ ਤੋਂ ਕਰਮ ਤਿਆਰ ਹੋ ਗਏ, ਅਸੀਂ ਕਰਮ ਕਰਦੇ ਹਾਂ। ਕਰਮ ਦਾ ਅਰਥ ਹੁੰਦਾ ਕੰਮ। ਹੁਣ ਉਹ ਕਰਮ ਚੰਗੇ ਵੀ ਕੀਤੇ ਜਾਂਦੇ ਨੇ ਤੇ ਉਹ ਕਰਮ ਮਾੜੇ ਵੀ ਕੀਤੇ ਜਾਂਦੇ ਨੇ। ਕਰਮਾਂ ਤੋਂ ਗਾਂ ਬੰਧਨ ਬਣਦੇ ਨੇ। ਜਿਹੜੇ ਬੰਧਨ ਨੇ ਉਹ ਤੁਹਾਨੂੰ ਫੜ ਕੇ ਜਿਹੜਾ ਹੈ ਉਹ ਜਨਮ ਮਰਨ ਦੇ ਚੱਕਰਾਂ 'ਚ ਫੇਰ ਘੁਮਾ ਕੇ ਪਾ ਦਿੰਦੇ ਨੇ। ਉਹਨਾਂ ਬੰਧਨਾਂ ਤੋਂ ਨਿਕਲਣਾ ਹੀ ਜਿਹੜਾ ਹੈ ਇਹ ਮੁਕਤੀ ਦਾ ਦਰਵਾਜ਼ਾ ਹੈ। ਇਹਨੂੰ ਥੋੜ੍ਹਾ ਜਿਹਾ ਬਰੀਕੀ ਦੇ ਨਾਲ ਫੇਰ ਸਮਝ ਲਈਏ। ਸਾਡਾ ਜਨਮ ਹੋਇਆ, ਜਨਮ ਹੋ ਕੇ ਮਨੁੱਖ ਨੇ ਕਰਮ ਕੀਤੇ। ਹੁਣ ਇਹ ਕਰਮ ਕਰਦਾ ਕਰਦਾ ਜਦੋਂ ਚੜ੍ਹਾਈ ਕਰ ਜਾਂਦਾ ਹੈ ਤੇ ਬਾਣੀ ਦਾ ਇੱਕ ਮੈਂ ਪ੍ਰਮਾਣ ਤੁਹਾਡੇ ਨਾਲ ਸਾਂਝਾ ਕਰ ਦਿੰਦਾ। ਸਮਾਂ ਆਪਣੇ ਕੋ ਓਨਾ ਕਿ ਥੋੜ੍ਹਾ ਸਾਂਝਾ ਕਰੀ ਜੰਨਾ। ਕਹਿਣ ਲੱਗੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਭਗਤ ਤਰਲੋਚਨ ਜੀ ਦਾ ਬਚਨ ਹੈ। ਕਹਿ ਲੱਗੇ, ਸਾਰੀ ਉਮਰ ਮਾਇਆ 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 ਕਰਦਾ ਤੂੰ ਮਰ ਗਿਆ, ਪਰਮਾਤਮਾ ਦਾ ਨਾਮ ਨਾ ਜਪਿਆ ਤੇ ਕੀ ਹੋਵੇਗਾ? ਤੇਰਾ ਅਗਲਾ ਜਨਮ ਕਾਹਦਾ ਹੈ? ਹੁਣ ਪੈਸੇ ਦਾ ਸਭ ਤੋਂ ਵੱਧ ਪਿਆਰ ਕਿਹਦੇ ਨਾਲ ਹੈ? ਕਿਹਦਾ ਹੈ? ਉਹ ਯਾਦ ਰੱਖਿਓ, ਸੱਪ ਦਾ ਹੈ। ਕਹਿ ਲੱਗੇ, ਅਗਲਾ ਜਨਮ ਸੁਭਾਵਕ ਤੂੰ ਸੱਪ ਹੋ ਕੇ ਬੈਠੇਗਾ। ਜਿਹੜਾ ਬੰਦਾ ਜ਼ਿਆਦਾ ਮਾਇਆ ਧਾਰੀ ਹੋਵੇ ਉਹਨੂੰ ਕਹਿ ਦਿੰਦੇ ਬੰਦਾ ਕਾਹਦਾ, ਇਹ ਤੇ ਨਾਗ ਹੈ, ਮਾਇਆ ਤੋਂ ਹਿੱਲਦਾ ਹੀ ਨਹੀਂ ਹੈ। ਇਹ ਤਾਂ ਕਹਾਵਤਾਂ ਬਣੀਆਂ ਨੇ। ਕਹਿਣ ਲੱਗੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ। ਸਰਪ ਜੋਨ ਵੱਲ ਵੱਲ ਅਵਤਰੇ। ਜਿਹੋ ਜਿਹੇ ਤੁਹਾਡੇ ਜੀਵਨ ਦਾ ਇਹ ਸਿਧਾਂਤ ਹੋਵੇਗਾ, ਜਿਹੋ ਜਿਹੇ ਤੁਹਾਡੇ ਜੀਵਨ ਦੀ ਰੂਪ ਰੇਖਾ ਹੋਵੇਗੀ, ਉਹੋ ਜਿਹੇ ਮੌਤ ਤੋਂ ਬਾਅਦ ਤੁਹਾਨੂੰ ਅਗਲੀ ਜੂਨ ਮਿਲ ਜਾਣੀ ਹੈ। ਹੁਣ ਇੱਕ ਜਨਮ 'ਚ ਮਨੁੱਖ ਮਾਇਆ ਧਾਰੀ ਸੀ, ਉਹ ਫਿਰ ਸੱਪ ਦੀ ਜੂਨ ਦੇ ਵਿੱਚ ਫਸ ਗਿਆ। ਇੱਕ ਮਨੁੱਖ ਜਿਹੜਾ ਸੀ ਪਰਿਵਾਰ ਦੇ ਵਿੱਚ ਖਚਿਤ ਸੀ, ਇੱਕ ਮਨੁੱਖ ਧੀਆਂ ਪੁੱਤਰਾਂ ਦੇ ਵਿੱਚ ਖਚਿਤ ਸੀ, ਇੱਕ ਮਨੁੱਖ ਮੋਹ ਮਮਤਾ ਦੇ ਵਿੱਚ ਖਚਿਤ ਸੀ। ਉਹ ਸੰਸਾਰ ਦੇ ਵਿੱਚ ਫਸਦਾ ਗਿਆ, ਜੀਵਨ ਦੀ ਖੇਡ ਮੁੱਕੀ ਨਾ। ਪਰ ਬਾਣੀ ਨੇ ਇੱਕ ਗੱਲ ਕਹੀ, ਕਹਿੰਦੇ ਹਾਂ ਇਹ ਖੇਡ ਮੁੱਕ ਸਕਦੀ ਹੈ, ਇੱਕ ਕੰਮ ਕਰ। ਉੱਥੇ ਅਖੀਰ ਤੇ ਭਗਤ ਤਰਲੋਚਨ ਜੀ ਕਹਿੰਦੇ ਨੇ, ਕਹਿਣ ਲੱਗੇ, ਅੰਤ ਕਾਲ ਨਾਰਾਇਣ ਸਿਮਰੈ। ਕਹਿਣ ਲੱਗੇ, ਤੂੰ ਕਿਤੇ ਗੁਰੂ ਗੁਰੂ ਜਪਦਾ ਰਹਿ। ਕੋਈ ਵੱਖਰੀ ਮੁਕਤੀ ਨਹੀਂ ਲੈਣੀ, ਕੋਈ ਇਹੋ ਜਿਹਾ ਕੋਈ ਸਬਜੈਕਟ ਨਹੀਂ ਹੈਗਾ ਵੀ ਆਹ ਕੰਮ ਕਰੋਗੇ ਤੇ ਮੁਕਤੀ ਮਿਲਣੀ ਹੈ, ਨਹੀਂ ਤੇ ਨਹੀਂ ਮਿਲਣੀ। ਨਹੀਂ ਨਹੀਂ, ਤੂੰ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਜਪ, ਸ਼ੁਭ ਕਰਮ ਕਰ, ਮੁਕਤੀ ਆਪਣੇ ਆਪ ਹੀ ਆ ਜਾਣੀ। ਅੰਤ ਕਾਲ ਜੋ ਨਾਰਾਇਣ ਸਿਮਰੈ, ਬਦਤ ਤਰਲੋਚਨ ਤੇ ਨਰ ਮੁਕਤਾ। ਕਹਿਣ ਲੱਗੇ, ਜਿਹੜੇ ਅਖੀਰ ਤੇ ਸਮੇਂ ਪਰਮਾਤਮਾ ਦਾ ਨਾਮ ਜਪਦਾ ਹੈ ਨਾ, ਬਦਤ ਦਾ ਅਰਥ ਹੈ ਕਹਿਣਾ। ਕਹਿ ਲਗੇ, ਭਗਤ ਤਰਲੋਚਨ ਜੀ ਭਲਿਆ ਮੈਂ ਗਰੰਟੀ ਦੇ ਨਾਲ ਕਹਿੰਦਾ, ਉਹ ਮਨੁੱਖ ਮੁਕਤ ਹੋ ਜਾਂਦਾ ਹੈ। ਪੀਤਾਂਬਰ ਵਾਕੈ ਹਿਰਦੈ ਵਸੈ, ਤੇ ਪਰਮਾਤਮਾ ਆਣ ਕੇ ਉਹਦੇ ਹਿਰਦੇ ਦੇ ਵਿੱਚ ਵਸ ਜਾਂਦਾ। ਜਿਹੜਾ ਨਾਮ ਜਪ ਕੇ ਪਰਮਾਤਮਾ ਦੇ ਵਿੱਚ ਜਿਉਂਦਿਆਂ ਜੀ ਹੀ ਅਪੇਦ ਹੋ ਜਾਂਦਾ ਹੈ। ਇਸ ਕਰਕੇ ਇਹਨੂੰ ਫੇਰ ਸਮਝ ਲਓ, ਸਾਡਾ ਜਨਮ, ਜਨਮ ਤੋਂ ਬਣਦੇ ਨੇ ਕਰਮ, ਕਰਮ ਤੋਂ ਬਣਦੇ ਨੇ ਬੰਧਨ। ਉਹ ਬੰਧਨ ਜਿਹੜੇ ਬਣਦੇ ਨੇ ਉਹ ਸਾਨੂੰ ਹਿੱਲਣ ਨਹੀਂ ਦਿੰਦੇ। ਹੁਣ ਉਹ ਬੰਧਨ ਜਨਮਾਂ ਜਨਮਾਂ ਦੇ ਫਿਰ ਚੱਲਦੇ ਨੇ। ਇਹਨੂੰ ਆਪਾਂ ਹੋਰ ਸੌਖਾ ਕਰ ਦਈਏ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ। ਜਿਹੜਾ ਤੁਸੀਂ ਕਰਮ ਕੀਤਾ ਉਹਦਾ ਲੈਣ ਦੇਣ ਰਹਿ ਗਿਆ, ਉਹ ਹੁਣ ਅਗਲੇ ਜਨਮ ਦੇ ਵਿੱਚ ਤੁਹਾਨੂੰ ਕਰਨਾ ਪੈਣਾ। ਇਹ ਕਰਮ ਫਿਲਾਸਫੀ ਦੇ ਨਾਲ ਜੋੜ ਕੇ ਆਪਾਂ ਇਹਨੂੰ ਵੇਖਾਂਗੇ। ਇਹ ਮੈਂ ਕਾਫੀ ਸਮਾਂ ਪਹਿਲਾਂ ਵੀ ਅਰਜ਼ ਕੀਤੀ ਹੋਈ ਹੈ। ਜਿਹੜਾ ਮੈਂ ਕਰਮ ਕਰ ਰਿਹਾ ਹੈ ਨਾ, ਉਹਦਾ ਲੈਣ ਦੇਣ ਜੇ ਰਹਿ ਗਿਆ ਤੇ ਉਹਦਾ ਹਿਸਾਬ ਕਿਤਾਬ ਤੁਹਾਨੂੰ ਅਗਲੇ ਜਨਮ ਦੇ ਵਿੱਚ ਦੇਣਾ ਪੈ ਸਕਦਾ ਹੈ। ਇਸ ਕਰਕੇ ਉਹ ਜਿਹੜਾ ਕਰਮ ਦੇ ਵਿੱਚੋਂ ਨਿਕਲਣ ਵਾਸਤੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਜਿੰਨਾ ਚਿਰ ਕਰਮਾਂ 'ਚ ਪਾਓਗੇ ਉਹਨਾਂ ਚਿਰ ਬੰਧਨ ਹੈ, ਜਿੰਨਾ ਚਿਰ ਬੰਧਨ ਨੇ ਉਹਨਾਂ ਚਿਰ ਮੁਕਤੀ ਨਹੀਂ ਮਿਲ ਸਕਦੀ। ਬੰਧਨਾਂ ਤੋਂ ਆਜ਼ਾਦ ਹੋਣਾ ਹੀ ਜੀਵਨ ਦੀ ਮੁਕਤੀ ਹੈ। ਉਹ ਬੰਧਨਾਂ ਤੋਂ ਆਜ਼ਾਦ ਕਿਵੇਂ ਹੋਣਾ ਹੈ? ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਦੇਣਾ। ਕਹਿਣ ਲੱਗੇ, ਕੁਛ ਕਰਨ ਦੀ ਲੋੜ ਨਹੀਂ, ਬਸ ਸੁਰਤ ਨੂੰ ਰੱਬ ਦੇ ਨਾਲ ਜੋੜ ਕੇ ਰੱਖ। ਜੋ ਰੱਬ ਨੇ ਦਿੱਤਾ ਹੈ ਉਹ ਕੋਈ ਚੰਗਾ ਹੈ ਕੋਈ ਮਾੜਾ ਹੈ, ਸਾਰਿਆਂ ਨੂੰ ਬਰਾਬਰ ਦੀ ਨਿਗਾਹ ਦੇ ਨਾਲ ਵੇਖਿਆ ਕਰ। ਉਹ ਅਸੀਂ ਬਚਨ ਪੜ੍ਹਦੇ ਹਾਂ ਸੁਖਮਨੀ ਸਾਹਿਬ ਦਾ, ਪਤਾ ਜੀ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਜੋ ਮਾਲਕ ਕਰਦਾ ਹੈ ਨਾ, ਉਹਦੀ ਆਗਿਆ ਨੂੰ ਸੱਤ ਕਰਕੇ ਮੰਨ ਲਾ, ਬਸ ਆਹ ਮੁਕਤੀ ਹੈ।
ਅਸੀਂ ਅਗਲੀ ਮੁਕਤੀ ਦੀ ਗੱਲ ਕਰਦੇ, ਅਸੀਂ ਤੇ ਕੋਠਿਆਂ ਤੋਂ ਮੁਕਤ ਨਹੀਂ ਹੋਏ। ਜੋ ਰੱਬ ਨੇ ਜਿਹੜੀ ਮੈਨੂੰ ਕੋਠੀ ਦਿੱਤੀ ਹੈ ਨਾ, ਉਹ ਤਾਂ ਠੀਕ ਹੈ, ਪਰ ਜਿਹੜੀ ਗਵਾਂਢੀਆਂ ਨੇ ਪਾਈ ਹੈ ਨਾ, ਉਹਨਾਂ ਦੀਆਂ ਗਰਿੱਲਾਂ ਬੜੀਆਂ ਸੋਹਣੀਆਂ ਨੇ, ਉਹ ਗਰਿੱਲਾਂ ਨਹੀਂ ਮੈਨੂੰ ਰਾਤ ਸੌਣ ਦਿੰਦੀਆਂ। ਉਹਨਾਂ ਦਾ ਪੇਂਟ ਬੜਾ ਸੋਹਣਾ, ਮੈਨੂੰ ਉਹ ਨਹੀਂ ਰਾਤ ਨੂੰ ਸੌਣ ਦਿੰਦਾ, ਵੀ ਉਹਦੇ ਨਾਲ ਦਾ ਕਰਾਉਣਾ। ਮੁਕਤ ਕਿੱਥੋਂ, ਤੂੰ ਤੇ ਆਪ ਝਮੇਲੇ ਦੇ ਵਿੱਚ ਫਸ ਗਿਆ। ਸਤਿਗੁਰੂ ਕਹਿੰਦੇ ਜੋ ਤੈਨੂੰ ਰੱਬ ਨੇ ਦੇ ਦਿੱਤਾ ਉਹਦੇ ਵਿੱਚ ਖੁਸ਼ ਹੋ ਜਾ, ਤੇਰੇ ਨਾਲ ਦਾ ਮੁਕਤੀ ਬੰਦਾ ਕੋਈ ਨਹੀਂ। ਆਪਾਂ ਅਗਲੇ ਜਨਮ ਦੀ ਗੱਲ ਕਰਦੇ ਹਾਂ, ਸਾਲਾਂ ਦੀ ਗੱਲ ਕਰਦੇ ਹਾਂ, ਤੂੰ ਇੱਕ ਘੜੀ ਦੀ ਗੱਲ ਕਰ। ਮਨ ਤੂੰ ਹੈ ਪ੍ਰੈਜ਼ੈਂਟ ਆਪਣੇ ਘਰ ਦੇ ਵਿੱਚ, ਸੌਣ ਤੂੰ ਲੱਗਾ ਏ ਤੇ ਸੌਣ ਵੇਲੇ ਵੀ ਪਤਾ ਨਹੀਂ ਕਿੱਥੇ ਮਨ ਦੇ ਫੁਰਨੇ ਨੇ 10-12 ਵੱਜ ਜਾਂਦੇ ਨੇ, 2-2 4-4 ਘੰਟੇ ਸੋਚਦਿਆਂ ਲੰਘ ਜਾਂਦੇ। ਫਿਰ ਕਹਿੰਦੇ ਜੀ ਡਿਪਰੈਸ਼ਨ 'ਚ ਚਲੇ ਗਏ, ਨੀਂਦ ਨਹੀਂ ਆਈ। ਨੀਂਦ ਕਿੱਥੋਂ ਆਉਣੀ ਹੈ? ਤੂੰ ਕੁਝ ਨਾ ਸੋਚ, ਜੇ ਮੰਜਾ ਮਿਲਿਆ ਆਰਾਮ ਦੇ ਨਾਲ ਲੇਟੇ ਮਾਰ, ਸੌਂ ਮੌਜਾਂ ਕਰ, ਸਵੇਰ ਚੜੂਗੀ ਫਿਰ ਵੇਖਾਂਗੇ। ਸਤਿਗੁਰੂ ਕਹਿ ਲਗੇ ਪ੍ਰਭ ਕੀ ਆਗਿਆ ਆਤਮ ਹਿਤਾਵੈ। ਜੋ ਰੱਬ ਕਰਦਾ, ਜੋ ਪ੍ਰੈਜ਼ੈਂਟ 'ਚ ਹੋ ਰਿਹਾ ਨਾ, ਉਹਨੂੰ ਮੌਜਾਂ ਕਰੋ, ਉਹਨੂੰ ਮਾਨਣ ਦਾ ਯਤਨ ਕਰਿਆ ਕਰੋ। ਇੱਥੋਂ ਤੱਕ ਤੁਸੀਂ ਪ੍ਰਸ਼ਾਦਾ ਛਕਦੇ ਜੇ, ਯਾਦ ਰੱਖਿਓ ਪ੍ਰਸ਼ਾਦੇ ਦਾ ਵੀ ਆਨੰਦ ਲਿਆ ਕਰੋ। ਇੱਕ ਤੇ ਸਭ ਤੋਂ ਵੱਡਾ ਸਾਡਾ ਨੁਕਸਾਨ ਜਿਹੜਾ ਉਹ ਮੋਬਾਈਲ ਨੇ ਕੀਤਾ ਨਾ, ਬੰਦਾ ਜਿੱਥੇ ਵੀ ਹੋਵੇ ਉੱਥੇ ਵੀ ਮੋਬਾਈਲ ਨਾਲ ਹੁੰਦਾ ਹੈ। ਕੁਝ ਲੋਕ ਇੱਥੋਂ ਤੱਕ ਨੇ, ਮੈਂ ਸ਼ਬਦ ਵਰਤ ਦੇਵਾਂ, ਟੋਇਲਟ 'ਚ ਵੀ ਨਹੀਂ ਛੱਡਦੇ, ਉਹ ਉੱਥੇ ਵੀ ਫੋਨ ਲਈ ਜਾਂਦੇ ਨੇ ਵੀ ਉੱਥੇ ਕੋਈ ਖੜਨ ਵਾਲੀ ਚੀਜ਼ ਹੈ। ਇਸ ਕਰਕੇ ਸਭ ਤੋਂ ਪਹਿਲਾਂ ਅੱਜ ਤੇ ਸਾਨੂੰ ਮੋਬਾਈਲ ਤੋਂ ਮੁਕਤੀ ਚਾਹੀਦੀ ਹੈ। ਇਹ ਮੈਂ ਤਾਂ ਬੇਨਤੀ ਕਰ ਰਿਹਾ, ਤੁਸੀਂ ਜੋ ਪ੍ਰੈਜ਼ੈਂਟ ਦੇ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਜਿਉਣਾ ਸ਼ੁਰੂ ਕਰ ਦਿਓ, ਮੁਕਤੀ ਮਿਲ ਜੇਗੀ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਅੱਗੇ ਕੀ ਸ਼ਬਦ ਹੈ ਜੀ? ਜੀਵਨ ਮੁਕਤ ਸੋ ਕਹਾਵੈ। ਜੇ ਤੂੰ ਰੱਬ ਜੋ ਕਰਦਾ ਮੰਨੀ ਜਾ, ਆਪੇ ਮੁਕਤ ਹੈ। ਪ੍ਰਭ ਕੀ ਆਗਿਆ ਜੀਵਨ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਜੇ ਖੁਸ਼ੀ ਰੱਬ ਨੇ ਦੇਤੀ ਹੈ, ਖੁਸ਼ੀ ਮਨਾਓ। ਜੇ ਕੋਈ ਗਮੀ ਆ ਗਈ ਹੈ ਫਿਰ ਕੀ ਹੋਇਆ? ਜੇ ਖੁਸ਼ੀ ਨਹੀਂ ਰਹੀ ਤਾਂ ਕਹੋ ਵੀ ਗਮੀ ਵੀ ਨਹੀਂ ਰਹਿਣੀ, ਇੰਨੇ ਵੀ ਨਿਕਲ ਜਾਣਾ ਹੈ। ਪਰ ਸਾਡੀ ਮੁਸੀਬਤ ਕੀ ਹੈ? ਜਦੋਂ ਖੁਸ਼ੀ ਆਉਂਦੀ ਹੈ ਕੋਠੇ ਤੇ ਚੜ੍ਹ ਕੇ ਫੈਰ ਕਰਦੇ ਆ, ਜਦੋਂ ਗਮੀ ਆਉਂਦੀ ਹੈ ਦੋ ਹੱਥੜਾ ਮਾਰ ਕੇ ਰੋਂਦੇ ਆ। ਸਤਿਗੁਰੂ ਕਹਿੰਦੇ ਨੇ ਖੁਸ਼ੀ ਆਈ ਹੈ, ਠੀਕ ਹੈ, ਘਰਦਿਆਂ ਦੇ ਨਾਲ ਪਰਿਵਾਰ ਦੇ ਨਾਲ ਸਾਂਝੀ ਕਰੋ, ਆਰਾਮ ਦੇ ਨਾਲ ਬੈਠੋ। ਉਛਲਣ ਕੁੱਦਣ ਦੀ ਐਡੀ ਵੀ ਕਿਹੜੀ ਆਫਤ ਆ ਗਈ ਹੈ? ਜੇ ਗਮੀ ਆ ਗਈ ਹੈ ਤਾਂ ਕੋਈ ਗੱਲ ਨਹੀਂ, ਜੋ ਸਮਾਂ ਆਇਆ ਹੈ ਉਹਨੇ ਨਿਕਲ ਜਾਣਾ। ਦੁੱਖ ਕੱਟ ਜਾਂਦਾ ਹੈ, ਰਾਤ ਆਈ ਹੈ, ਰਾਤ ਨਿਕਲ ਜਾਣੀ ਹੈ, ਸਮਾਂ ਨਿਕਲਦਾ ਜਾਂਦਾ ਹੈ। ਇਸ ਕਰਕੇ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ, ਆਨੰਦ ਦੇ ਵਿੱਚ ਰਿਹਾ ਕਰੋ। ਫਿਰ ਗੱਲ ਉੱਥੇ ਆ ਗਈ ਨਾ ਪ੍ਰੈਜ਼ੈਂਟ ਦੇ ਵਿੱਚ, ਜੋ ਰੱਬ ਨੇ ਦਿੱਤਾ ਹੈ ਉਹਨੂੰ ਪ੍ਰੈਜ਼ੈਂਟ ਦੇ ਵਿੱਚ ਜੀ ਜਾਓ, ਕੋਈ ਗੱਲ ਨਹੀਂ। ਜੇ ਘਰ ਦੇ ਵਿੱਚ ਵਿਆਹ ਹੈ, ਵਿਆਹ ਦੀਆਂ ਖੁਸ਼ੀਆਂ ਮਨਾਓ। ਘਰ ਦੇ ਵਿੱਚ ਮੌਤ ਹੋ ਗਈ ਹੈ, ਸੋਗ ਸਮਾਗਮ ਤੇ ਬੈਠੇ ਘੜੀ ਬੈਠ ਜਾਓ, ਕਿਹੜੀ ਆਫਤ ਆ ਗਈ ਹੈ? ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਕਹਿਣ ਲੱਗੇ ਜੇ ਤੇ ਸੋਨਾ ਮਿਲ ਗਿਆ ਤਾਂ ਵੀ ਵਾਰੇ ਨਿਆਰੇ ਹੈ, ਜੇ ਮਿੱਟੀ ਹੈ ਤੇ ਤਾਂ ਵੀ ਕੋਈ ਗੱਲ ਨਹੀਂ। ਅੱਜ ਤੇ ਮਿੱਟੀ ਦਾ ਮੁੱਲ ਜ਼ਿਆਦਾ ਹੈ ਨਾ। ਬਹੁਤ ਸਾਰੇ ਜਿਹੜੇ ਸਾਡੀਆਂ ਭੈਣਾਂ ਗਹਿਣੇ ਪਾਉਂਦੀਆਂ ਨੇ ਉਹ ਤੇ ਨਕਲੀ ਪਾਏ ਜਾਂਦੇ ਨੇ। ਐਡੇ ਮਹਿੰਗੇ ਮਹਿੰਗੇ ਹਾਰ ਜਿਹੜੇ ਆ ਤੁਸੀਂ ਵਿਆਹਾਂ ਤੇ ਪਾਈਆਂ ਫਿਰਦੇ ਜੇ, ਇਹ ਗਵਾਉਣੇ ਥੋੜ੍ਹੀ ਹੈ। ਐਡੇ ਐਡੇ ਮਹਿੰਗੇ ਬਣਦੇ ਵੀ ਕਿਹਦੇ ਕੋਲ ਹੋਇਆ? ਇਸ ਕਰਕੇ ਜੇ ਘਰ ਦੇ ਵਿੱਚ ਸੋਨਾ ਹੈ ਤਾਂ ਵੀ ਸੁਰਤ ਤੇਰੀ ਉੱਥੇ ਹੋਵੇ, ਜੇ ਮਿੱਟੀ ਹੈ ਤਾਂ ਵੀ ਸੁਰਤ ਤੇਰੀ ਬਰਾਬਰ ਹੋਵੇ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਬਿਖ ਕਹਿੰਦੇ ਨੇ ਜ਼ਹਿਰ ਨੂੰ, ਅੰਮ੍ਰਿਤ ਵਰਗਾ ਪਿਆਲਾ ਦੁੱਧ ਪੀਣ ਨੂੰ ਮਿਲ ਜੇ ਤਾਂ ਵੀ ਸ਼ੁਕਰ ਹੈ। ਜੇ ਕਿਸੇ ਦਿਨ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈ ਜੇ ਤਾਂ ਵੀ ਸ਼ੁਕਰ ਹੈ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੇ ਤੇ ਕਿਸੇ ਨੇ ਮਾਨ ਸਤਿਕਾਰ ਕਰ ਦਿੱਤਾ ਤਾਂ ਵੀ ਸ਼ੁਕਰ ਪਰਮਾਤਮਾ ਦਾ ਹੈ, ਤੇ ਜੇ ਕਿਸੇ ਨੇ ਦੋ ਅੱਗੋਂ ਸੁਣਾ ਵੀ ਦਿੱਤੀਆਂ ਫਿਰ ਕਿਹੜੀ ਗੱਲ ਹੈ? ਤਾਂ ਵੀ ਸ਼ੁਕਰ ਕਰ ਲਓ ਵੀ ਉਹਨੇ ਕਿਹੜਾ ਸਿਰ ਪਾੜ ਤਾਂ ਦੋ ਸੁਣਾਈਆਂ ਹੀ ਨੇ, ਕੋਈ ਗੱਲ ਨਹੀਂ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਰਾਜਾ ਵੀ ਦੋ ਰੋਟੀਆਂ ਖਾ ਕੇ ਸੌਂਦਾ ਤੇ ਕੰਗਾਲ ਵੀ ਖਾ ਕੇ ਸੌਂਦਾ, ਮਸਲਾ ਤਾਂ ਪੇਟ ਭਰਨ ਦਾ ਹੈ। ਇਸ ਕਰਕੇ ਇਹ ਨਹੀਂ ਹੁਣ ਕੰਗਾਲ ਆਖੀ ਜਾਵੇ ਵੀ ਰੋਟੀ ਤੇ ਮੈਂ ਰਾਜੇ ਵਾਲੀ ਖਾਣੀ ਹੈ, ਭਲਿਆ ਉਹਨੇ ਵੀ ਪੇਟ ਭਰਨਾ ਹੈ, ਪੇਟ ਤੂੰ ਵੀ ਭਰਨਾ। ਜੇ ਰੱਬ ਨੇ ਤੈਨੂੰ ਸੁੱਕੀ ਦਿੱਤੀ ਹੈ ਤੇ ਫਿਰ ਕੀ ਹੋ ਗਿਆ? ਉਹਦੇ ਆਪਣੇ ਕਰਮ ਨੇ, ਤੇਰੇ ਆਪਣੇ, ਤੋਂ ਉਹ ਖਾ ਕੇ ਗੁਜ਼ਾਰਾ ਕਰੀ ਜਾ। ਅੱਜ ਬਹੁਤੀਆਂ ਬਿਮਾਰੀਆਂ ਸਾਨੂੰ ਆਪਣੇ ਕਰਕੇ ਨਹੀਂ ਕਿ ਮੈਂ ਦੁਖੀ ਹਾਂ, ਅੱਜ ਬਹੁਤੀਆਂ ਬਿਮਾਰੀਆਂ ਨੇ ਵੀ ਗਵਾਂਢੀ ਸੁਖੀ ਹੈ। ਫਿਰ ਇਸ ਗੱਲ ਨੂੰ ਸਮਝਿਓ,
ਅੱਜ ਸਾਡੇ ਦੁੱਖ ਦਾ ਕਾਰਨ ਇਹ ਨਹੀਂ ਵੀ ਮੇਰੇ ਘਰ 'ਚ ਦੁੱਖ ਨੇ, ਮੇਰੀ ਔਲਾਦ ਵਿਗੜੀ ਹੈ, ਮੈਂ ਇਸ ਕਰਕੇ ਦੁਖੀ ਨਹੀਂ। ਪੰਗਾ ਇਸ ਗੱਲ ਦਾ ਗਵਾਂਢੀਆਂ ਦੀ ਔਲਾਦ ਬੜੀ ਚੰਗੀ ਨਿਕਲ ਆਈ, ਮੇਰੇ ਕੋਲ ਉਹ ਨਹੀਂ ਜਰੀ ਜਾਂਦੀ। ਹੁਣ ਸਤਿਗੁਰੂ ਕਹਿਣ ਲੱਗੇ ਇਹ ਆਪਣੀ ਬਿਰਤੀ ਨੂੰ ਚੇਂਜ ਕਰ, ਤੈਸਾ ਰੰਕ ਤੈਸਾ ਰਾਜਾਨ ਰਾਜੇ ਤੇ ਕੰਗਾਲ 'ਚ ਕੋਈ ਫਰਕ ਨਾ ਕਰ। ਜੋ ਵਰਤਾਏ ਸਾਈ ਜੁਗਤ, ਜੋ ਪ੍ਰਮਾਤਮਾ ਜਿਹੜੀ ਜੁਗਤੀ ਵਰਤਾ ਦੇਵੇ ਉਹਨੂੰ ਸੱਤ ਕਰਕੇ ਮੰਨ ਲਈ। ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ, ਉਹ ਜੀਵਨ ਤੋਂ ਮੁਕਤ ਹੋ ਜਾਂਦਾ ਜਿਹੜਾ ਪ੍ਰਮਾਤਮਾ ਦੀ ਆਗਿਆ ਨੂੰ ਲੈ ਕੇ ਸੱਤ ਕਰਕੇ ਮੰਨ ਜਾਂਦਾ। ਤੇ ਯਾਦ ਰੱਖਿਓ ਜਿਹੜਾ ਮੁਕਤ ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਇਸੇ ਹੀ ਸੁਖਮਨੀ ਸਾਹਿਬ ਦਾ ਇੱਕ ਬਚਨ ਹੈ, ਆਪ ਮੁਕਤ ਮੁਕਤ ਕਰੇ ਸੰਸਾਰ। ਉਹਦੇ ਅੰਦਰ ਇੰਨੀ ਕੁ ਤਾਕਤ ਹੋ ਜਾਂਦੀ, ਉਹ ਦੂਸਰਿਆਂ ਨੂੰ ਵੀ ਜਿਹੜਾ ਹੈ ਉਹ ਮੁਕਤ ਕਰ ਜਾਂਦਾ। ਇੱਕ ਉਦਾਹਰਨ ਦੇ ਕੇ ਮੈਂ ਆਪਣੀ ਵਿਚਾਰ ਨੂੰ ਸੰਕੋਚ ਦੇਣਾ। ਜਿਵੇਂ ਇੱਕ ਫੁੱਲ ਹੈ, ਫੁੱਲ ਦੇ ਕੋਲ ਕੁਝ ਚੀਜ਼ਾਂ ਨੇ। ਤੁਸੀਂ ਸੋਚੋ ਫੁੱਲ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ। ਇੱਕ ਗੁਲਾਬ ਦਾ ਫੁੱਲ ਹੈ, ਉਹਦੇ ਕੋਲ ਇੱਕ ਖੇੜਾ ਹੈ, ਤਾਜ਼ਗੀ ਹੈ, ਸੁਗੰਧੀ ਹੈ, ਉਸ ਦੇ ਕੋਲ ਰਸ ਹੈ। ਫਿਰ ਵਰਤਿਆ ਕਿੱਥੇ ਜਾਂਦਾ ਹੈ? ਪੂਜਾ ਦੀ ਥਾਲੀ ਦੇ ਵਿੱਚ ਉਹਦੇ ਪੂਜਾ ਕੀਤੀ ਜਾਂਦੀ ਨਾ ਫੁੱਲ ਦੇ ਨਾਲ। ਉਹ ਉਮਰ ਬਹੁਤ ਥੋੜ੍ਹੀ ਹੈ, ਪਰ ਉਹਦੇ ਕੋਲ ਜੋ ਵੀ ਇੱਕ ਪੋਜ਼ਿਟਿਵ ਚੀਜ਼ਾਂ ਨੇ। ਇਹਦੇ ਦੂਸਰੇ ਪਾਸੇ ਤੁਸੀਂ ਵੇਖ ਲਓ, ਕਈ ਇਹੋ ਜਿਹੇ ਸਿੰਬਲ ਵਰਗੇ ਵੀ ਰੁੱਖ ਨੇ ਜਿਨ੍ਹਾਂ ਨੂੰ ਇਹ ਦੂਜਾ ਫਲ ਲੱਗਦੇ ਨੇ, ਕਿਸੇ ਕੰਮ ਨਹੀਂ ਆਉਂਦੇ। ਉਹਨਾਂ ਦੇ ਕੋਲ ਉੱਚਾ ਪਣ ਤਾਂ ਹੈ ਪਰ ਪੱਲੇ ਕੁਛ ਨਹੀਂ। ਜੇ ਤੁਹਾਨੂੰ 2 ਮਿੰਟ ਦੀ ਰੱਬ ਨੇ ਖੁਸ਼ੀ ਦਿੱਤੀ ਹੈ ਨਾ, ਯਾਦ ਰੱਖਿਓ ਫੁੱਲ ਦੀ ਵੀ ਉਮਰ ਬੜੀ ਥੋੜ੍ਹੀ ਹੈ। ਉਸ ਖੁਸ਼ੀ ਦੇ ਵਿੱਚ ਇੰਨਾ ਕੁ ਖੇੜਾ ਦੇ ਦਿਓ ਕਿ ਲੋਕ ਯਾਦ ਕਰਨ ਇਸ ਬਗੀਚੇ ਦੇ ਵਿੱਚ ਵਾਕਈ ਕੋਈ ਫੁੱਲ ਖਿੜਿਆ ਸੀ। ਇੱਕ ਛੋਟਾ ਜਿਹਾ ਫੁੱਲ ਗੁਲਾਬ ਦਾ, ਬਹੁਤ ਥੋੜ੍ਹੀ ਉਮਰ ਹੈ, ਪਰ ਸਾਡੀ ਨਾਸਕਾਂ ਨੂੰ ਸੁਗੰਧੀ ਦੇ ਦਿੰਦਾ ਹੈ। ਕੱਢਣ ਵਾਲੇ ਉਹਦਾ ਅਰਕ ਕੱਢ ਕੇ ਪਰਫਿਊਮ ਬਣਾ ਕੇ ਸ਼ੀਸ਼ੀ 'ਚ ਪਾ ਕੇ ਕਈ ਚਿਰ ਵਰਤ ਲੈਂਦੇ ਨੇ। ਯਾਦ ਰੱਖਿਓ ਤੁਹਾਡੇ ਚਿਹਰੇ ਦੀ 2 ਮਿੰਟ ਦੀ ਮੁਸਕਰਾਹਟ ਕਈ ਵਾਰੀ ਕਿਸੇ ਦੀ ਜ਼ਿੰਦਗੀ ਬਦਲ ਦਿੰਦੀ ਹੈ। ਜੇ ਤੁਸੀਂ ਵਿਕਾਰਾਂ ਤੋਂ ਆਜ਼ਾਦ ਜੇ ਤੁਹਾਡੀ ਸੋਚ ਮਾਨਸਿਕ ਗੁਲਾਮੀ ਤੋਂ ਉੱਪਰ ਉੱਠ ਚੁੱਕੀ ਹੈ, ਜੇ ਤੁਸੀਂ ਮੁਕਤ ਦੇ, ਯਾਦ ਰੱਖਿਓ ਪਤਾ ਨਹੀਂ ਕਿੰਨਿਆਂ ਨੂੰ ਖੁਸ਼ੀ ਖੇੜਾ ਵੰਡ ਕੇ ਮੁਕਤ ਕਰ ਜਾਓਗੇ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸੋ ਮੇਰੇ ਕਹਿਣ ਦਾ ਭਾਵ ਇੰਨਾ ਕਿ ਗੁਰਮੁਖੋ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜਾ ਮੁਕਤੀ ਦਾ ਕਨਸੈਪਟ ਹੈ, ਉਹ ਜੋ ਰੱਬ ਨੇ ਦਿੱਤਾ ਹੈ ਉਹਦੇ ਵਿੱਚ ਸੱਤ ਕਰਕੇ ਜੀਣਾ, ਸੁਰਤ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖਣ ਦੇ ਨਾਮ ਨੂੰ ਮੁਕਤੀ ਕਿਹਾ ਹੈ। ਇੱਥੇ ਕੋਈ ਹੋਰ ਵੱਖਰੀ ਮੁਕਤੀ ਨਹੀਂ। ਇੱਥੇ ਕੋਈ ਐਦਾਂ ਦਾ ਕਨਸੈਪਟ ਨਹੀਂ ਕਿ ਤੁਸੀਂ ਆਖੋ ਜੀ ਮੁਕਤੀ ਵਾਲਾ ਮਨੁੱਖ ਐਨੂੰ ਜਾਂਦਾ ਹੈ ਜਾਂ ਐਨੂੰ ਜਾਂਦਾ, ਨਹੀਂ। ਜਦੋਂ ਸੁਰਤ ਹੀ ਰੱਬ ਦੇ ਨਾਲ ਜੁੜ ਗਈ, ਜਿੱਥੋਂ ਮੈਂ ਵਿਚਾਰ ਆਰੰਭ ਕੀਤੀ ਸੀ, ਫਿਰ ਸੁਣ ਲਓ, ਜਨਮ ਤੋਂ ਕਰਮ, ਕਰਮ ਤੋਂ ਬੰਧਨ। ਪਰ ਜਨਮ ਹੋਇਆ, ਜਨਮ ਦੇ ਵਿੱਚ ਕਰਮ ਕੀਤੇ ਸ਼ੁਭ, ਤੇ ਬੰਧਨ ਪੈਣੇ ਕੋਈ ਨਹੀਂ। ਜੇ ਬੰਧਨ ਨਹੀਂ ਪੈਣੇ, ਅਗਲਾ ਜਨਮ ਨਹੀਂ ਹੋਣਾ, ਤੇ ਅਸੀਂ ਜਿਉਂਦੇ ਜੀ ਮੁਕਤ ਹੋ ਜਾਵਾਂਗੇ। ਸੋ ਇਸ ਤਰੀਕੇ ਦੇ ਨਾਲ ਗੁਰਮਤ ਜਿਹੜੀ ਉਹ ਮੁਕਤੀ ਨੂੰ ਪ੍ਰਵਾਨ ਕਰਦੀ ਹੈ। ਇਹਦੇ ਉੱਤੇ ਮੈਂ ਥੋੜ੍ਹਾ ਜਿਹਾ ਅੱਜ ਸਮਾਂ ਵਧੇਕ ਲਾ ਦਿੱਤਾ। ਸ਼ਲੋਕ ਦਾ ਵੀ ਇਹੋ ਭਾਵ ਹੈ, ਸ਼ਲੋਕ ਦੀ ਵਿਚਾਰ ਆਪਾਂ ਕੱਲ੍ਹ ਕਰ ਲਾਂਗੇ, ਸਮੇਂ ਦੀ ਸਮਾਪਤੀ ਹੈ। ਪਰ ਇੱਥੇ ਇੱਕ ਗੱਲ ਯਾਦ ਰੱਖਿਓ, ਫਿਰ ਮੈਂ ਬਾਰ-ਬਾਰ ਇੱਕੋ ਗੱਲ ਕਹਿਣਾ, ਗੁਰਮੁਖੋ ਬਾਹਰੀ ਮੁਕਤੀ ਦੇ ਚੱਕਰ ਦੇ ਵਿੱਚ ਨਾ ਪਾਓ। ਜੇ ਧਰਮ ਦੀ ਪਰਿਭਾਸ਼ਾ ਪੁੱਛਦੇ ਜੇ ਨਾ, ਅੱਜ ਸਾਡਾ ਨੌਜਵਾਨ ਵਰਗ ਤਾਈਓ ਭੜਕ ਰਿਹਾ ਹੈ। ਅਸੀਂ ਧਰਮ ਇੰਨਾ ਕੁ ਜ਼ਿਆਦਾ ਔਖਾ ਕਰਕੇ ਰੱਖ ਦਿੱਤਾ, ਲੋਕ ਸਾਡੇ ਬੱਚੇ ਭੱਜਦੇ ਪਏ ਨੇ। ਨਹੀਂ, ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਕਰੋ, ਸਤਿਗੁਰੂ ਧਰਮ ਦੀ ਪਰਿਭਾਸ਼ਾ ਕੀ ਹੈ? ਇੱਕ ਤੇ ਅਸੀਂ ਹਾਂ ਜਿਹੜੇ ਆਪਣੇ ਆਪ ਨੂੰ ਧਰਮੀ ਅਖਾਉਂਦੇ। ਇੱਕ ਪਰਿਭਾਸ਼ਾ ਗੁਰੂ ਅਰਜਨ ਸਾਹਿਬ ਦਿੰਦੇ ਨੇ, ਕਹਿਣ ਲੱਗੇ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ। ਚੰਗੇ ਕੰਮ ਕਰਕੇ ਨਾਮ ਜਪਿਆ ਕਰ, ਤੂੰ ਆਪੇ ਮੁਕਤ ਹੋ ਜਾਣਾ ਹੈ। ਸੋ ਇਹ ਚੀਜ਼ਾਂ ਨੂੰ ਗੁਰੂ ਘਰ ਦੀਆਂ ਨੂੰ, ਜੋ ਗੁਰੂ ਬਾਣੀ ਨੂੰ ਜਿਸ ਦਿਨ ਤੁਸੀਂ ਹਿਰਦੇ 'ਚ ਵਸਾ ਲਿਆ ਨਾ, ਮੈਂ ਬੜੀ ਵਾਰੀ ਕਹਿੰਦਾ ਤੁਸੀਂ ਕਿਸੇ ਦੁਆਰਾ ਲੁੱਟੇ ਨਹੀਂ ਜਾਓਗੇ। ਬੰਦਾ ਮੁਕਤ ਹੀ ਮੁਕਤ ਹੈ। ਇਹ ਵਹਿਮਾਂ ਦੇ ਨਾਲ ਅੱਜ ਤੋਂ ਕਈ 100 ਸਾਲ ਪਹਿਲਾਂ ਵੀ ਸਾਨੂੰ ਲੁੱਟਿਆ ਜਾਂਦਾ ਸੀ, ਅੱਜ ਵੀ ਸਾਨੂੰ ਲੁੱਟਿਆ ਜਾਂਦਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਅਸੀਂ ਸਰੀਰਕ ਤੌਰ 'ਤੇ ਆਜ਼ਾਦ ਹੋਈਏ। ਸਭ ਤੋਂ ਵੱਡੀ ਆਜ਼ਾਦੀ ਸਾਡੀ ਮਾਨਸਿਕ ਗੁਲਾਮੀ ਹੈ। ਜਿਸ ਦਿਨ ਤੁਸੀਂ ਉਹਦੇ ਤੋਂ ਆਜ਼ਾਦ ਹੋ ਗਏ, ਜਿਹੜੇ ਲੋਕ ਕਹਿੰਦੇ ਨੇ ਸਾਡੀ ਹੋਂਦ ਨੂੰ ਖਤਰਾ ਹੈ, ਉਹ ਖਤਰਾ ਨਿਪਟ ਜਾਵੇਗਾ। ਕਿਉਂਕਿ ਸਾਡੇ ਆਪਣੇ ਹੀ ਪਰਿਵਾਰ ਜਾਂ ਅਸੀਂ ਖੁਦ ਹੀ ਅਜੇ ਮਾਨਸਿਕ ਤੌਰ 'ਤੇ ਆਜ਼ਾਦ ਨਹੀਂ ਹੋਏ, ਤੇ ਬਾਹਰੀ ਆਜ਼ਾਦੀ ਦੀ ਕਿਹੜੀ ਗੱਲ ਕਰਦੇ। ਇਹ ਇੱਕ ਵੱਖਰਾ ਵੈਸੇ ਵਿਸ਼ਾ ਹੈ ਕਿ ਮਾਨਸਿਕ ਗੁਲਾਮੀ ਕੀ ਹੁੰਦੀ, ਆਜ਼ਾਦੀ ਕੀ ਹੈ। ਮੈਂ ਥੋੜ੍ਹਾ ਜਿਹਾ ਹਿੰਟ ਦਿੱਤਾ ਹੈ। ਅਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਦਈਏ। ਆਜ਼ਾਦੀ ਦਾ ਅਰਥ, ਸਾਦਗੀ ਦਾ ਅਰਥ ਅਨਪੜ੍ਹਤਾ ਨਹੀਂ ਹੁੰਦਾ, ਸਾਦਗੀ ਦਾ ਅਰਥ ਆਜ਼ਾਦੀ ਹੁੰਦਾ ਹੈ। ਇੱਕ ਉਦਾਹਰਨ ਦੇ ਕੇ ਮੈਂ ਸਮਾਪਤੀ ਕਰ ਦਿੰਦਾ। ਇੱਕ ਤੋਤਾ ਅਸਮਾਨ 'ਚ ਉੱਡਦਾ ਹੈ, ਇੱਕ ਤੋਤਾ ਪਿੰਜਰੇ ਦੇ ਵਿੱਚ। ਹੁਣ ਪਿੰਜਰੇ 'ਚ ਰਹਿਣ ਵਾਲਾ ਕਹਿੰਦਾ ਕਿ ਮੈਨੂੰ ਚੂਰੀ ਮਿਲਦੀ ਹੈ,
ਇੱਕ ਜਿਹੜਾ ਅਸਮਾਨ 'ਚ ਉੱਡਦਾ ਉਹਨੂੰ ਪਤਾ ਨਹੀਂ ਕਿਤੇ ਕੁਝ ਮਿਲਦਾ, ਕਿਤੇ ਕੁਝ ਨਹੀਂ ਮਿਲਦਾ, ਕਦੇ ਕੁਝ ਖਾਂਦਾ, ਕਿਤੇ ਨਹੀਂ ਖਾਂਦਾ। ਹੁਣ ਤੁਸੀਂ ਵੇਖ ਲਓ, ਤੁਸੀਂ ਪਿੰਜਰੇ ਦੇ ਤੋਤੇ ਬਣ ਕੇ ਚੂਰੀ ਮਿੱਠੀ ਖਾਣੀ ਹੈ ਜਾਂ ਆਜ਼ਾਦ ਬਣ ਕੇ ਅਸਮਾਨ 'ਚ ਉਡਾਰੀਆਂ ਲਾਉਣੀਆਂ ਨੇ। ਜੇ ਅਸਮਾਨ 'ਚ ਉਡਾਰੀਆਂ ਲਾਉਣੀਆਂ ਨੇ ਤੇ ਹੋ ਸਕਦਾ ਕਈ ਵਾਰੀ ਤੁਹਾਨੂੰ ਭੁੱਖੇ ਵੀ ਰਹਿਣਾ ਪੈ ਜੇ ਉਹ ਪਿੰਜਰੇ ਦਾ ਤੋਤਾ ਬਣਨਾ। ਚੂਰੀ ਤੇ ਮਿਲ ਜਾਣੀ ਹੈ ਪਰ ਉੱਡਣਾ ਭੁੱਲ ਜਾਵਾਂਗੇ, ਅਸੀਂ ਆਪਣੀ ਹੋਂਦ ਨੂੰ ਭੁੱਲ ਜਾਵਾਂਗੇ। ਜੇ ਪੱਛਮੀ ਸੱਭਿਅਤਾ ਦੇ ਉੱਤੇ ਡੁੱਲ ਗਏ ਅਸੀਂ ਆਪਣੀ ਹੋਂਦ ਨੂੰ ਭੁੱਲ ਜਾਵਾਂਗੇ, ਜੇ ਲੋਕਾਂ ਵਾਲੇ ਚੂਰੀ ਨੂੰ ਐਕਸੈਪਟ ਕਰਕੇ ਬੈਠ ਗਏ। ਇਸ ਕਰਕੇ ਅੱਜ ਸਾਡੀ ਮਾਨਸਿਕ ਗੁਲਾਮੀ ਤਾਂ ਹੈ, ਸਾਨੂੰ ਬਾਕੀ ਲੋਕਾਂ ਦੀ, ਫੋਰਨ ਕੰਟਰੀਆਂ ਦੇ ਪੱਛਮੀ ਸੱਭਿਅਤਾ ਦੀ ਜਿਹੜੀ ਚੂਰੀ ਉਹ ਸਵਾਦ ਲੱਗਦੀ ਹੈ। ਆਪਣੇ ਘਰ ਦੀ ਆਜ਼ਾਦੀ ਸਾਨੂੰ ਜਿਹੜੀ ਉਹ ਅਨਪੜ੍ਹਤਾ ਲੱਗਦੀ। ਆਜ਼ਾਦੀ ਹੁੰਦੀ ਹੈ, ਅਨਪੜ੍ਹਤਾ ਕਦੇ ਨਹੀਂ ਹੁੰਦੀ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਸ਼ਲੋਕ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਕਬੀਰ ਮੁਕਤ ਦੁਆਰਾ ਸੰਕੋੜਾ, ਰਾਈ ਦਸਵੇਂ ਭਾਏ। ਮਨ ਤਉ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।